ਹਾਂਜੀ ਦੋਸਤੋ, ਲੈ ਕੇ ਹਾਜ਼ਰ ਹਾਂ ਆਪਾਂ ਆਪਣੀ ਅੱਜ ਦੀ ਕਹਾਣੀ। ਮੈਂ ਕਿਹਾ ਤੁਸੀਂ ਸੁਣਦੇ ਹੋ? ਗੀਤਾ ਨੇ ਆਪਣੇ ਪਤੀ ਨੂੰ ਆਵਾਜ਼ ਲਗਾਈ ਤਾਂ ਉਸਦੇ ਪਤੀ ਮਨੋਜ ਨੇ ਜਵਾਬ ਦਿੱਤਾ, ਹਾਂਜੀ ਬੋਲੋ। ਗੀਤਾ ਆਪਣੇ ਪਤੀ ਕੋਲ ਆ ਕੇ ਕਹਿਣ ਲੱਗੀ ਕਿ ਤੁਹਾਨੂੰ ਤਾਂ ਪਤਾ ਹੈ ਕਿ ਆਪਣੇ ਪਾਪਾ ਜੀ ਦੀ ਮੌਤ ਹੋਈ ਨੂੰ ਪੂਰਾ 1 ਸਾਲ ਹੋ ਗਿਆ ਹੈ। ਆਪਣੇ ਮਾਂ ਜੀ ਪਿੰਡ ਵਿੱਚ ਇਕੱਲੇ ਰਹਿੰਦੇ ਨੇ। ਆਪਾਂ ਉਹਨਾਂ ਨੂੰ ਆਪਣੇ ਨਾਲ ਰੱਖ ਲੈਂਦੇ ਹਾਂ। ਆਪਣੀ ਪਤਨੀ ਦੇ ਮੂੰਹੋਂ ਇਹ ਗੱਲ ਸੁਣ ਕੇ ਮਨੋਜ ਹੱਕਾ ਬੱਕਾ ਰਹਿ ਗਿਆ, ਕਿਉਂਕਿ ਉਸਨੂੰ ਪਤਾ ਸੀ ਕਿ ਮੇਰੀ ਮਾਂ ਮੇਰੀ ਪਤਨੀ ਨੂੰ ਫੁੱਟੀ ਅੱਖ ਵੀ ਨਹੀਂ ਸਹਾਉਂਦੀ ਸੀ। ਹੁਣ ਇਹ ਮੇਰੀ ਮਾਂ ਨੂੰ ਨਾਲ ਰੱਖਣ ਲਈ ਕਿਵੇਂ ਰਾਜੀ ਹੋ ਗਈ। ਮਨੋਜ ਨੇ ਹੱਸਦੇ ਹੋਏ ਗੀਤਾ ਨੂੰ ਪੁੱਛਿਆ, ਅੱਜ ਕਿਵੇਂ ਉਲਟੀ ਗੰਗਾ ਵਹਿ ਰਹੀ ਆ? ਤਾਂ ਉਹ ਕਹਿਣ ਲੱਗੀ, ਨਹੀਂ, ਗੱਲ ਉਲਟੀ ਗੰਗਾ ਦੀ ਨਹੀਂ। ਦਰਅਸਲ ਮਨੋਜ, ਗੱਲ ਇਹ ਆ ਕਿ ਸਾਨੂੰ ਪਤਾ ਕਿ ਸਾਡੀ ਮਾਂ ਹੁਣ ਬੁੱਢੀ ਹੋ ਗਈ ਆ। ਉਹ ਪਿੰਡ ਵਿੱਚ ਇਕੱਲੀ ਰਹਿੰਦੀ ਹੈ ਨੌਕਰਾਂ ਦੇ ਸਹਾਰੇ, ਅਤੇ ਅਸੀਂ ਇੱਥੇ ਸ਼ਹਿਰ ਵਿੱਚ। ਉਹਨਾਂ ਦੀ ਤਬੀਅਤ ਵੀ ਇੰਨੀ ਠੀਕ ਨਹੀਂ ਰਹਿੰਦੀ। ਜੇ ਉਹਨਾਂ ਨੂੰ ਕੁਝ ਹੋ ਗਿਆ ਤਾਂ ਲੋਕਾਂ ਅਤੇ ਰਿਸ਼ਤੇਦਾਰਾਂ ਨੇ ਸਾਡਾ ਦੀਨਾ ਦੁੱਭਰ ਕਰ ਦੇਣਾ ਹੈ। ਵੈਸੇ ਵੀ ਇਸ ਉਮਰ ਵਿੱਚ ਮਾਂ ਪਿਓ ਨੂੰ ਆਪਣੀ ਔਲਾਦ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਇਸ ਲਈ ਮੈਂ ਸੋਚਦੀ ਹਾਂ ਕਿ ਆਪਾਂ ਕੱਲ੍ਹ ਹੀ ਪਿੰਡ ਜਾ ਕੇ ਉਹਨਾਂ ਨੂੰ ਲੈ ਆਈਏ। ਇਹ ਕਹਿ ਕੇ ਗੀਤਾ ਉੱਥੋਂ ਚਲੀ ਗਈ। ਆਪਣੀ ਪਤਨੀ ਦੇ ਜਾਣ ਤੋਂ ਬਾਅਦ ਮਨੋਜ ਸੋਚਦਾ ਹੈ ਕਿ ਉਹੀ ਗੀਤਾ ਹੈ ਜਿਹੜੀ ਮੇਰੇ ਮਾਂ ਪਿਓ ਨੂੰ ਵੇਖ ਕੇ ਰਾਜੀ ਨਹੀਂ ਸੀ। ਹੁਣ ਮੇਰੀ ਮਾਂ ਨੂੰ ਇੱਥੇ ਲਿਆਉਣ ਲਈ ਆਪਣੇ ਮੂੰਹੋਂ ਕਹਿ ਰਹੀ ਆ। ਕੀ ਕਿਤੇ ਮੈਂ ਕੋਈ ਸੁਪਨਾ ਤਾਂ ਨਹੀਂ ਵੇਖ ਰਿਹਾ? ਫਿਰ ਉਸਨੇ ਹੋਸ਼ ਵਿੱਚ ਆਉਂਦੇ ਸੋਚਿਆ, ਨਹੀਂ ਨਹੀਂ, ਆਖਰ ਕੋਈ ਇਨਸਾਨ ਇੰਨਾ ਮਾੜਾ ਵੀ ਨਹੀਂ ਹੋ ਸਕਦਾ ਕਿ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਇੱਦਾਂ ਸੋਚੇ। ਸਮੇਂ ਦੇ ਨਾਲ ਹਰ ਇੱਕ ਦਾ ਸੁਭਾਅ ਬਦਲ ਜਾਂਦਾ ਹੈ। ਗੀਤਾ ਵੀ ਬਦਲ ਗਈ ਹੈ। ਇਹ ਸੋਚ ਕੇ ਉਹ ਮੁਸਕਰਾਇਆ ਅਤੇ ਉਸਨੇ ਆਪਣੀ ਮਾਂ ਨੂੰ ਫੋਨ ਲਗਾ ਲਿਆ। ਆਪਣੀ ਮਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣ ਤੋਂ ਬਾਅਦ ਉਹ ਕਹਿੰਦਾ ਕਿ ਮਾਂ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਸ਼ਹਿਰ ਵਿੱਚ ਆ ਕੇ ਰਹੋ। ਤਾਂ ਮਨੋਜ ਦੀ ਮਾਂ ਅੱਗੋਂ ਜਵਾਬ ਦਿੰਦੀ ਹੈ ਕਿ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਮਨੋਜ, ਕਿ ਤੂੰ ਤਾਂ ਮੇਰਾ ਬਹੁਤ ਕਰਦਾ ਹੈ। ਮੈਨੂੰ ਵੀ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਤੂੰ ਮੇਰੀ ਬਹੁਤ ਫਿਕਰ ਕਰਦਾ ਹੈ। ਪਰ ਤੇਰੀ ਪਤਨੀ ਗੀਤਾ ਮੈਨੂੰ ਵੇਖ ਕੇ ਵੀ ਰਾਜੀ ਨਹੀਂ। ਦੇਖ, ਤੇਰੇ ਪਾਪਾ ਦੀ ਵਧੀਆ ਪੈਨਸ਼ਨ ਆਉਂਦੀ ਹੈ ਅਤੇ ਮੈਂ ਆਪਣਾ ਵਧੀਆ ਗੁਜ਼ਾਰਾ ਕਰ ਰਹੀ ਹਾਂ। ਘਰ ਦੇ ਵਿੱਚ ਰੋਜ਼-ਰੋਜ਼ ਕਲੇਸ਼ ਰੱਖਣ ਨਾਲੋਂ ਚੰਗਾ ਹੈ ਕਿ ਅਸੀਂ ਆਪੋ ਆਪਣੀ ਥਾਂ 'ਤੇ ਖੁਸ਼ ਰਹੀਏ। ਮੈਂ ਇਸ ਉਮਰ ਵਿੱਚ ਆਪਣੀ ਜ਼ਿੰਦਗੀ ਆਰਾਮ ਨਾਲ ਜਿਉਣਾ ਚਾਹੁੰਦੀ ਹਾਂ। ਮੈਂ ਤੁਹਾਡੀ ਜ਼ਿੰਦਗੀ ਡਿਸਟਰਬ ਨਹੀਂ ਕਰਨਾ ਚਾਹੁੰਦੀ। ਆਪਣੀ ਮਾਂ ਦੇ ਮੂੰਹੋਂ ਪੈਨਸ਼ਨ ਦੀ ਗੱਲ ਸੁਣ ਕੇ ਮਨੋਜ ਨੇ ਸੋਚਿਆ ਕਿ ਕਿਤੇ ਗੀਤਾ ਮੇਰੀ ਮਾਂ ਨੂੰ ਪੈਨਸ਼ਨ ਲਈ ਤਾਂ ਨਹੀਂ ਇੱਥੇ ਬੁਲਾ ਰਹੀ। ਫਿਰ ਉਸਨੇ ਸੋਚਿਆ, ਨਹੀਂ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਉਹ ਇੰਨੀ ਵੀ ਲਾਲਚੀ ਨਹੀਂ ਹੋ ਸਕਦੀ। ਆਖਰ ਉਸਨੂੰ ਮੇਰੀ ਮਾਂ ਦੀ ਫਿਕਰ ਹੋਵੇਗੀ, ਫਿਰ ਹੀ ਉਸਨੇ ਮਾਂ ਨੂੰ ਇੱਥੇ ਲਿਆਉਣ ਲਈ ਕਿਹਾ ਹੈ। ਆਪਣੇ ਮਨ ਨੂੰ ਸਮਝਾਉਂਦਾ ਹੋਇਆ ਮਨੋਜ ਆਪਣੀ ਮਾਂ ਨੂੰ ਕਹਿਣ ਲੱਗਿਆ, ਮਾਂ, ਮੈਂ ਤੁਹਾਡੇ ਇਕੱਲੇਪਣ ਵਿੱਚ ਤੁਹਾਡਾ ਸਾਥ ਦੇਣਾ ਚਾਹੁੰਦਾ ਹਾਂ। ਮੈਂ ਨਹੀਂ ਚਾਹੁੰਦਾ ਕਿ ਇਸ ਉਮਰ ਵਿੱਚ ਤੁਸੀਂ ਇਕੱਲੇ ਰਹੋ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਤੁਹਾਡੀ ਇੱਜ਼ਤ ਵਿੱਚ ਕੋਈ ਕਮੀ ਨਹੀਂ ਹੋਵੇਗੀ। ਤੁਹਾਡੀ ਨੂੰਹ ਤੁਹਾਡੇ ਬਾਰੇ ਬਹੁਤ ਚੰਗਾ ਸੋਚ ਰਹੀ ਹੈ। ਖੁਦ ਗੀਤਾ ਨੇ ਤੁਹਾਨੂੰ ਸ਼ਹਿਰ ਲਿਆਉਣ ਲਈ ਕਿਹਾ ਹੈ। ਉਹਦਾ ਸੁਭਾਅ ਬਦਲ ਗਿਆ ਹੈ। ਉਹਨੂੰ ਤੁਹਾਡੀ ਚਿੰਤਾ ਹੁੰਦੀ ਹੈ। ਆਪਣੇ ਪੁੱਤ ਦੀ ਇਹ ਗੱਲ ਸੁਣ ਕੇ ਮਨੋਜ ਦੀ ਮਾਂ ਕਹਿੰਦੀ ਆ ਕਿ ਠੀਕ ਆ ਪੁੱਤ, ਚੰਗੀ ਗੱਲ ਆ। ਘੱਟੋ ਘੱਟ ਉਸਨੇ ਮੇਰੇ ਬਾਰੇ ਸੋਚਿਆ ਤਾਂ ਸਹੀ। ਇਸ ਉਮਰ ਵਿੱਚ ਇੱਕ ਬੁੱਢੀ ਮਾਂ ਨੂੰ ਹੋਰ ਕੀ ਚਾਹੀਦਾ ਹੁੰਦਾ ਹੈ। ਫਿਰ ਮਨੋਜ ਬੋਲਿਆ, ਮਾਂ, ਬਸ ਹੁਣ ਤੈਅ ਹੋ ਗਿਆ ਕਿ ਤੁਸੀਂ ਸਾਡੇ ਨਾਲ ਰਹੋਗੇ। ਹੁਣ ਤੁਹਾਨੂੰ ਸਾਡੀ ਜ਼ਰੂਰਤ ਹੈ ਅਤੇ ਤੁਹਾਡੇ ਪੋਤੇ ਪੋਤੀ ਦੇ ਸਾਥ ਅਤੇ ਪਿਆਰ ਦੀ ਵੀ। ਨਾਲੇ ਪੋਤੇ ਪੋਤੀ ਨੂੰ ਵੀ ਤੁਹਾਡੀ ਲੋੜ ਹੈ। ਦਾਦਾ ਦਾਦੀ ਹੀ ਆਪਣੇ ਪੋਤੇ ਪੋਤੀਆਂ ਨੂੰ ਸੰਸਕਾਰ ਸਿਖਾਉਂਦੇ ਹੁੰਦੇ ਨੇ। ਆਪਣੇ ਪਤੀ ਦੇ ਹੱਥੋਂ ਫੋਨ ਫੜ ਕੇ ਗੀਤਾ ਆਪਣੀ ਸੱਸ ਨੂੰ ਪ੍ਰਣਾਮ ਕਰਕੇ ਕਹਿਣ ਲੱਗੀ, ਮਾਂ ਜੀ, ਹੁਣ ਤੁਸੀਂ ਬਜ਼ੁਰਗ ਹੋ ਗਏ ਹੋ। ਸਾਡੇ ਹੁੰਦੇ ਤੁਸੀਂ ਪਿੰਡ ਵਿੱਚ ਨੌਕਰਾਂ ਦੇ ਸਹਾਰੇ ਰਹੋ। ਇਹਦੇ ਵਿੱਚ ਸਾਡੇ ਲਈ ਬਹੁਤ ਸ਼ਰਮ ਦੀ ਗੱਲ ਹੈ। ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਇਕੱਲੇ ਪਿੰਡ ਵਿੱਚ ਰਹੋ। ਸਾਨੂੰ ਵੀ ਸੇਵਾ ਦਾ ਮੌਕਾ ਦਿਓ। ਨੂੰਹ ਦੇ ਮੂੰਹੋਂ ਇਹ ਗੱਲ ਸੁਣ ਕੇ ਮਨੋਜ ਦੀ ਮਾਂ ਸਹਿਮਤ ਹੋ ਗਈ ਅਤੇ ਉਸਨੇ ਕਿਹਾ ਕਿ ਤੁਸੀਂ ਮੈਨੂੰ ਆ ਕੇ ਲੈ ਜਾਇਓ। ਮਨੋਜ ਅਤੇ ਗੀਤਾ ਅਗਲੇ ਦਿਨ ਹੀ ਕਾਰ ਲੈ ਕੇ ਆਪਣੀ ਮਾਂ ਨੂੰ ਲੈਣ ਪਹੁੰਚੇ। ਘਰ ਦਾ ਸਾਰਾ ਜ਼ਰੂਰੀ ਸਮਾਨ ਸਾਂਭ ਕੇ ਗੀਤਾ ਮਨੋਜ ਨੂੰ ਕਹਿਣ ਲੱਗੀ ਕਿ ਜ਼ਮੀਨ ਜਾਇਦਾਦ ਦੇ ਜਿੰਨੇ ਵੀ ਜ਼ਰੂਰੀ ਕਾਗਜ਼ ਨੇ ਉਹ ਸਾਰੇ ਆਪਾਂ ਨਾਲ ਲੈ ਚੱਲਦੇ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਇਹ ਘਰ ਵੀ ਕਿਰਾਏ 'ਤੇ ਦੇ ਦੇਈਏ। ਤਾਂ ਮਨੋਜ ਨੇ ਕਿਹਾ
ਕਿ ਇਸ ਗੱਲ ਦਾ ਫੈਸਲਾ ਮੈਂ ਨਹੀਂ ਕਰ ਸਕਦਾ, ਇਹ ਮਾਂ ਦੀ ਮਰਜ਼ੀ ਹੋਵੇਗੀ। ਤਾਂ ਮਨੋਜ ਦੀ ਮਾਂ ਨੇ ਆਪਣੀ ਨੂੰਹ ਦੀ ਗੱਲ ਨਾਲ ਸਹਿਮਤ ਹੁੰਦੇ ਹੋਏ ਕਿਹਾ, ਬੇਟਾ, ਨੂੰਹ ਠੀਕ ਕਹਿ ਰਹੀ ਹੈ, ਆਪਾਂ ਨੂੰ ਇਹ ਘਰ ਕਿਰਾਏ ਤੇ ਦੇ ਦੇਣਾ ਚਾਹੀਦਾ ਹੈ। ਅਤੇ ਘਰ ਕਾਫੀ ਵੱਡਾ ਸੀ ਤੇ ਕਿਰਾਇਆ ਵੀ ਵਧੀਆ ਮਿਲ ਰਿਹਾ ਸੀ। ਇਸ ਲਈ ਮਨੋਜ ਦੀ ਮਾਂ ਘਰ ਨੂੰ ਕਿਰਾਏ ਤੇ ਦੇਣ ਲਈ ਰਾਜ਼ੀ ਹੋ ਗਈ। ਮਨੋਜ ਆਪਣੀ ਮਾਂ ਨੂੰ ਲੈ ਕੇ ਸ਼ਹਿਰ ਆ ਗਿਆ। ਸ਼ਹਿਰ ਆਉਂਦਿਆਂ ਹੀ ਮਨੋਜ ਦੀ ਮਾਂ ਦੀ ਜ਼ਿੰਦਗੀ ਬਦਲ ਗਈ। ਜਿਸ ਪਿੰਡ ਵਿੱਚ ਉਸਨੇ ਇੰਨੇ ਸਾਲ ਗੁਜ਼ਾਰੇ ਸੀ, ਉਸਨੂੰ ਲੱਗਿਆ ਕਿ ਉਸਦਾ ਸਾਰਾ ਗ੍ਰਸਤ ਜੀਵਨ ਬਿਖਰ ਗਿਆ ਹੈ, ਕਿਉਂਕਿ ਜਿਸ ਪਿੰਡ ਵਿੱਚ ਉਸਨੇ ਆਪਣੇ ਪਤੀ ਨਾਲ ਇੰਨਾ ਸਮਾਂ ਗੁਜ਼ਾਰਿਆ, ਉਸ ਘਰ ਵਿੱਚ ਉਸਦੇ ਪਤੀ ਦੀਆਂ ਯਾਦਾਂ ਸਨ, ਉਸਦਾ ਆਸ ਪੜੋਸ ਅਤੇ ਉਸਦੀਆਂ ਸਹੇਲੀਆਂ। ਪਰ ਸ਼ਹਿਰ ਵਿੱਚ ਆ ਕੇ ਮਨੋਜ ਦੀ ਮਾਂ ਖੁਸ਼ ਵੀ ਸੀ, ਕਿਉਂਕਿ ਉਹ ਆਪਣੇ ਪੁੱਤਰ ਨੂੰ ਅਤੇ ਪੋਤੇ ਪੋਤੀਆਂ ਦੇ ਨਾਲ ਰਹਿ ਕੇ ਵਧੀਆ ਮਹਿਸੂਸ ਕਰ ਰਹੀ ਸੀ। ਮਨੋਜ ਦਾ ਬੇਟਾ ਆਪਣੀ ਦਾਦੀ ਨੂੰ ਦਾਦੀ ਦਾਦੀ ਕਰਦਾ ਨਾ ਥੱਕਦਾ। ਸ਼ੁਰੂ ਵਿੱਚ ਮਨੋਜ ਦੀ ਮਾਂ ਘਰ ਦੇ ਵਿੱਚ ਬਹੁਤ ਸੇਵਾ ਹੁੰਦੀ। ਮਨੋਜ ਦੀ ਮਾਂ ਕਿਸੇ ਵੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਸੀ ਝਾੜਦੀ। ਉਹ ਆਪਣੀ ਨੂੰਹ ਨਾਲ ਕੰਮ ਕਰਵਾਉਂਦੀ, ਆਪਣੇ ਪੋਤੇ ਪੋਤੀ ਦਾ ਵੀ ਖਿਆਲ ਰੱਖਦੀ ਸੀ। ਹੌਲੀ ਹੌਲੀ ਗੀਤਾ ਨੇ ਘਰ ਦੇ ਕੰਮਾਂ ਤੋਂ ਪੱਲਾ ਝਾੜਨਾ ਸ਼ੁਰੂ ਕਰ ਦਿੱਤਾ। ਗੀਤਾ ਦੀ ਸੱਸ ਘਰ ਦਾ ਸਾਰਾ ਕੰਮ ਕਰਦੀ ਅਤੇ ਉਸਦੇ ਬੱਚਿਆਂ ਦੀ ਵੀ ਸੰਭਾਲ ਕਰਦੀ। ਉਹ ਕਦੇ ਵੀ ਕਿਸੇ ਕੰਮ ਵਿੱਚ ਆਲਸ ਨਹੀਂ ਸੀ ਕਰਦੀ। ਗੀਤਾ ਨੇ ਚਿਕਣੀਆਂ ਚੁਪੜੀਆਂ ਗੱਲਾਂ ਕਰ ਕਰਕੇ ਆਪਣੀ ਸੱਸ ਤੋਂ ਸਾਰਾ ਕੰਮ ਕਰਵਾ ਲੈਣਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਣਾ ਬਣਾਉਣ ਜਾਂ ਬਰਤਨ ਸਾਫ਼ ਕਰਨ ਤੱਕ ਦਾ ਜੋ ਵੀ ਕੰਮ ਹੁੰਦਾ ਸੀ, ਸਾਰਾ ਗੀਤਾ ਦੀ ਸੱਸ ਹੀ ਕਰਦੀ ਸੀ। ਉਸਨੇ ਕਦੇ ਵੀ ਇਸ ਗੱਲ ਵੱਲ ਗੌਰ ਨਹੀਂ ਕੀਤਾ ਸੀ ਕਿ ਉਸਦੀ ਨੂੰਹ ਸਾਰਾ ਦਿਨ ਉਸ ਤੋਂ ਕੰਮ ਕਿਉਂ ਕਰਵਾਉਂਦੀ ਹੈ। ਗੀਤਾ ਕਹਿੰਦੀ ਕਿ ਮਾਂ ਜੀ, ਤੁਸੀਂ ਸ਼ਾਹੀ ਪਨੀਰ ਬਹੁਤ ਵਧੀਆ ਬਣਾਉਂਦੇ ਹੋ, ਬਣਾ ਦਿਓਗੇ? ਗੀਤਾ ਦੀ ਸੱਸ ਖੁਸ਼ੀ-ਖੁਸ਼ੀ ਸ਼ਾਹੀ ਪਨੀਰ ਜਾਂ ਕੋਈ ਵੀ ਪਕਵਾਨ ਆਪਣੀ ਨੂੰਹ ਦੀ ਫਰਮਾਇਸ਼ 'ਤੇ ਬਣਾ ਦਿੰਦੀ ਸੀ। ਪਿਛਲੇ ਕਈ ਦਿਨਾਂ ਤੋਂ ਕੰਮ ਵਾਲੀ ਨਹੀਂ ਸੀ ਆ ਰਹੀ, ਜਿਸ ਕਰਕੇ ਹੁਣ ਗੀਤਾ ਦੀ ਸੱਸ ਨੂੰ ਘਰ ਦੀ ਸਫਾਈ ਵੀ ਕਰਨੀ ਪੈਂਦੀ ਸੀ। ਇੱਕ ਦਿਨ ਉਹ ਰਸੋਈ ਦੇ ਕੰਮ ਕਰਕੇ ਵਿਹਲੀ ਹੋਈ ਅਤੇ ਪੋਚੇ ਲਗਾ ਰਹੀ ਸੀ, ਤਾਂ ਉਸਨੇ ਵੇਖਿਆ ਕਿ ਉਸਦੀ 2 ਸਾਲ ਦੀ ਪੋਤੀ ਫਰਸ਼ ਉੱਤੇ ਤਿਲਕ ਗਈ ਹੈ। ਗੀਤਾ ਦੀ ਸੱਸ ਭੱਜੀ ਆਈ ਅਤੇ ਉਸਨੇ ਆਪਣੀ ਪੋਤੀ ਨੂੰ ਬੁੱਕਲ ਦੇ ਵਿੱਚ ਲੈ ਲਿਆ। ਗੀਤਾ ਆਪਣੇ ਕਮਰੇ ਦੇ ਵਿੱਚ ਬੈਠੀ ਫੋਨ 'ਤੇ ਮਸਤ ਸੀ। ਜਦੋਂ ਉਸਨੇ ਆਪਣੀ ਸੱਸ ਨੂੰ ਬੇਟੀ ਨੂੰ ਚੁੱਕਦੇ ਵੇਖਿਆ, ਤਾਂ ਉਹ ਭੱਜੀ ਆਈ ਅਤੇ ਬੋਲੀ, ਮਾਂ ਜੀ, ਕੀ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਤੁਸੀਂ ਸਫਾਈ ਕਰਦੇ ਕਰਦੇ ਗੰਦੇ ਹੱਥਾਂ ਨਾਲ ਮੇਰੀ ਧੀ ਨੂੰ ਚੁੱਕ ਰਹੇ ਹੋ? ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਕਰਨ ਨਾਲ ਬੱਚੀ ਨੂੰ ਇਨਫੈਕਸ਼ਨ ਵੀ ਹੋ ਸਕਦੀ ਹੈ। ਇਹ ਕਹਿੰਦੇ ਹੋਏ ਗੀਤਾ ਆਪਣੀ ਬੇਟੀ ਨੂੰ ਆਪਣੀ ਸੱਸ ਤੋਂ ਖੋਹ ਕੇ ਕਮਰੇ ਵਿੱਚ ਲੈ ਗਈ। ਉਸ ਤੋਂ ਬਾਅਦ ਗੀਤਾ ਕਦੇ ਵੀ ਆਪਣੀ ਧੀ ਨੂੰ ਉਹਦੀ ਦਾਦੀ ਕੋਲ ਨਾ ਜਾਣ ਦਿੰਦੀ। ਗੀਤਾ ਦੀ ਸੱਸ ਘਰ ਦਾ ਸਾਰਾ ਕੰਮ ਕਰਦੀ, ਫਿਰ ਵੀ ਗੀਤਾ ਉਹਦੇ ਕੰਮਾਂ ਵਿੱਚ ਨੁਕਸ ਕੱਢਦੀ ਰਹਿੰਦੀ। ਹੌਲੀ ਹੌਲੀ ਮਨੋਜ ਇਹ ਗੱਲਾਂ ਨੋਟ ਕਰਨ ਲੱਗ ਪਿਆ ਸੀ ਕਿ ਜਦੋਂ ਦੀ ਮਾਂ ਸ਼ਹਿਰ ਆਈ ਆ, ਉਸਨੂੰ ਬਹੁਤ ਕੰਮ ਕਰਨਾ ਪੈਂਦਾ ਹੈ। ਪਿੰਡ ਦੇ ਵਿੱਚ ਤਾਂ ਉਸਨੇ ਕੰਮ ਵਾਲੀ ਰੱਖੀ ਹੋਈ ਸੀ ਅਤੇ ਉਸਨੂੰ ਕੋਈ ਔਖ ਵੀ ਨਹੀਂ ਸੀ। ਇੱਥੇ ਆ ਕੇ ਤਾਂ ਮਾਂ ਘਰ ਦਾ ਸਾਰਾ ਕੰਮ ਕਰਦੀ ਆ। ਅਤੇ ਉਹ ਆਪਣੀ ਪਤਨੀ ਨੂੰ ਕਹਿੰਦਾ ਕਿ ਗੀਤਾ, ਹੁਣ ਮਾਂ ਦੀ ਉਮਰ ਹੋ ਗਈ ਆ, ਉਹਦੇ ਤੋਂ ਇੰਨਾ ਕੰਮ ਨਾ ਕਰਵਾਇਆ ਕਰ। ਤਾਂ ਗੀਤਾ ਕਹਿਣ ਲੱਗੀ ਕਿ ਮੈਂ ਮਾਂ ਤੋਂ ਕੋਈ ਕੰਮ ਨਹੀਂ ਕਰਵਾਉਂਦੀ, ਉਹ ਤਾਂ ਆਪਣੀ ਖੁਸ਼ੀ ਨਾਲ ਕੰਮ ਕਰਦੀ ਆ। ਵੈਸੇ ਵੀ ਉਹਨਾਂ ਦੀ ਹੁਣ ਉਮਰ ਹੋ ਗਈ ਆ, ਜੇ ਉਹ ਥੋੜ੍ਹਾ ਬਹੁਤਾ ਕੰਮ ਕਰਦੇ ਰਹਿਣਗੇ ਤਾਂ ਉਹਨਾਂ ਦੇ ਹੱਡ ਪੈਰ ਚੱਲਦੇ ਰਹਿਣਗੇ। ਗੀਤਾ ਦੀ ਸੱਸ ਨੂੰ ਸਮਝ ਆ ਗਈ ਸੀ ਕਿ ਉਸਦੀ ਨੂੰਹ ਉਸਨੂੰ ਸਿਰਫ ਕੰਮ ਕਰਵਾਉਣ ਲਈ ਹੀ ਇੱਥੇ ਲੈ ਕੇ ਆਈ ਆ, ਪਰ ਫਿਰ ਵੀ ਉਸਨੇ ਕਦੇ ਵੀ ਮੱਥੇ ਵੱਟ ਨਹੀਂ ਸੀ ਪਾਇਆ। ਇੱਕ ਦਿਨ ਮਨੋਜ ਦੀ ਮਾਂ ਨੇ ਉਸਨੂੰ ਦਵਾਈ ਦੀ ਪਰਚੀ ਫੜਾਉਂਦੇ ਹੋਏ ਕਿਹਾ, ਪੁੱਤ, ਮੇਰੀ ਦਵਾਈ ਖਤਮ ਹੋ ਗਈ ਆ, ਸ਼ਾਮ ਨੂੰ ਆਉਂਦੇ ਹੋਏ ਮੇਰੀ ਦਵਾਈ ਲੈ ਆਉਣਾ। ਮਨੋਜ ਨੇ ਆਪਣੀ ਮਾਂ ਤੋਂ ਪਰਚੀ ਫੜੀ ਅਤੇ ਹਾਂ ਦੇ ਵਿੱਚ ਸਿਰ ਹਿਲਾ ਕੇ ਚਲਾ ਗਿਆ। ਜਦੋਂ ਉਹ ਗਿਆ ਤਾਂ ਗੀਤਾ ਆਪਣੀ ਸੱਸ ਕੋਲ ਆਈ ਅਤੇ ਕਹਿਣ ਲੱਗੀ, ਮਾਂ ਜੀ, ਤੁਹਾਨੂੰ ਵੀ ਪਤਾ ਹੈ ਕਿ ਜਿੱਦਣ ਦੇ ਤੁਸੀਂ ਆਏ ਹੋ, ਸਾਡੇ ਖਰਚੇ ਵੱਧ ਗਏ ਨੇ। ਸ਼ਹਿਰ ਵਿੱਚ ਹਰ ਇੱਕ ਚੀਜ਼ ਮੁੱਲ ਦੀ ਮਿਲਦੀ ਹੈ। ਜੇ ਤੁਸੀਂ ਪਿੰਡ ਵਾਲੇ ਮਕਾਨ ਦਾ ਕਿਰਾਇਆ ਅਤੇ ਪੈਨਸ਼ਨ ਸਾਨੂੰ ਦੇ ਦਿਆ ਕਰੋ ਤਾਂ ਆਪਣੇ ਘਰ ਦਾ ਖਰਚਾ ਠੀਕ ਚੱਲਦਾ ਰਹੇਗਾ। ਗੀਤਾ ਦੀ ਸੱਸ ਆਪਣੀ ਨੂੰਹ ਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ। ਉਹ ਮਨ ਹੀ ਮਨ ਵਿੱਚ ਸੋਚਣ ਲੱਗੀ ਕਿ ਮੈਂ ਇਹ ਕਿਵੇਂ ਸੋਚ ਲਿਆ ਕਿ ਮੇਰੀ ਨੂੰਹ ਦਾ ਵਿਵਹਾਰ ਬਦਲ ਗਿਆ ਹੈ ਅਤੇ ਮੈਂ ਬਿਨਾਂ ਕੁਝ ਸੋਚੇ ਇੱਥੇ ਚਲੀ ਆਈ।
ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਪੈਨਸ਼ਨ ਦੇ ਲਾਲਚ ਵਿੱਚ ਮੇਰੇ ਤੋਂ ਕੰਮ ਕਰਵਾਉਣ ਲਈ ਹੀ ਮੈਨੂੰ ਇੱਥੇ ਲੈ ਕੇ ਆਈ ਹੈ। ਪਰ ਅਗਲੇ ਹੀ ਪਲ ਉਹ ਸੋਚਣ ਲੱਗੀ ਕਿ ਜੇ ਮੇਰੇ ਪੁੱਤ ਨੂੰ ਪੈਸਿਆਂ ਦੀ ਜ਼ਰੂਰਤ ਹੈ ਤਾਂ ਫਿਰ ਜੇ ਮੈਂ ਪੈਸੇ ਦੇ ਵੀ ਦੇਵਾਂਗੀ ਤਾਂ ਕਿੰਨੀ ਕੁ ਵੱਡੀ ਗੱਲ ਹੈ। ਇਸ ਲਈ ਉਸਨੇ ਆਪਣੇ ਪੁੱਤ ਨੂੰ ਮਕਾਨ ਦਾ ਕਿਰਾਇਆ ਤੇ ਪੈਨਸ਼ਨ ਦੇਣ ਦੀ ਹਾਂ ਕਰ ਦਿੱਤੀ। ਇੱਕ ਦਿਨ ਮਨੋਜ ਦੀ ਮਾਂ ਆਪਣੇ ਘਰ ਦੀ ਬਾਲਕਨੀ ਵਿੱਚ ਬੈਠੀ ਹੋਈ ਸੀ। ਉਹਨਾਂ ਦੇ ਘਰ ਦੇ ਸਾਹਮਣੇ ਇੱਕ ਪਾਰਕ ਦਿਸਦਾ ਹੈ। ਮਨੋਜ ਦੀ ਮਾਂ ਦਾ ਬਹੁਤ ਦਿਲ ਕੀਤਾ ਕਿ ਉਹ ਪਾਰਕ ਦੇ ਵਿੱਚ ਟਹਿਲਣ ਲਈ ਜਾਵੇ, ਪਰ ਘਰ ਦੇ ਕੰਮਾਂ ਵਿੱਚੋਂ ਉਸਨੂੰ ਵਿਹਲ ਹੀ ਨਹੀਂ ਸੀ ਮਿਲਦੀ। ਉਸਦਾ ਦਿਲ ਕੀਤਾ ਕਿ ਉਹ ਪਾਰਕ ਵਿੱਚ ਚਲੀ ਜਾਵੇ। ਇਸ ਲਈ ਉਸਨੇ ਕੰਮਾਂ ਦੀ ਪਰਵਾਹ ਨਾ ਕਰਦੇ ਹੋਏ ਉਹ ਪਾਰਕ ਵਿੱਚ ਚਲੀ ਗਈ। ਪਾਰਕ ਵਿੱਚ ਟਹਿਲਦੇ ਟਹਿਲਦੇ ਉਸਨੂੰ ਸ਼ਾਮ ਹੋ ਗਈ। 7 ਵਜੇ ਜਦੋਂ ਉਹ ਘਰ ਵਾਪਸ ਆਈ ਤਾਂ ਉਸਦੀ ਨੂੰਹ ਆਪਣੇ ਕਮਰੇ ਵਿੱਚ ਬੈਠੀ ਕਿਸੇ ਨਾਲ ਫੋਨ 'ਤੇ ਗੱਲ ਕਰ ਰਹੀ ਸੀ। ਉਹ ਫੋਨ ਦੇ ਵਿੱਚ ਇੰਨੀ ਵਿਅਸਤ ਸੀ ਕਿ ਉਸਨੂੰ ਕਿਸੇ ਦੇ ਪੈਰਾਂ ਦੀ ਆਹਟ ਵੀ ਸੁਣਾਈ ਨਹੀਂ ਦਿੱਤੀ। ਗੀਤਾ ਆਪਣੀ ਮਾਂ ਨਾਲ ਗੱਲ ਕਰ ਰਹੀ ਸੀ ਅਤੇ ਉਹ ਆਪਣੀ ਮਾਂ ਨੂੰ ਕਹਿ ਰਹੀ ਸੀ ਕਿ ਮਾਂ, ਤੇਰਾ ਦਿੱਤਾ ਆਈਡੀਆ ਤਾਂ ਕੰਮ ਕਰ ਗਿਆ। ਨਾਲੇ ਤਾਂ ਮੇਰੀ ਸੱਸ ਘਰ ਦਾ ਸਾਰਾ ਕੰਮ ਕਰਦੀ ਆ, ਨਾਲੇ ਪੈਨਸ਼ਨ ਅਤੇ ਘਰ ਦਾ ਕਿਰਾਇਆ ਵੀ ਸਾਨੂੰ ਦੇ ਦਿੰਦੀ ਹੈ। ਹੁਣ ਤਾਂ ਤੇਰੀ ਧੀ ਦੀ ਐਸ਼ ਹੀ ਐਸ਼ ਹੈ। ਮੇਰੀ ਬੁੱਢੀ ਸੱਸ ਨੌਕਰਾਂ ਵਾਂਗੂ ਸਾਰਾ ਦਿਨ ਕੰਮ ਕਰਦੀ ਹੈ। ਮੈਨੂੰ ਤਾਂ ਹੁਣ ਨੌਕਰਾਣੀ ਦੀ ਵੀ ਜ਼ਰੂਰਤ ਨਹੀਂ ਆ ਅਤੇ ਪੈਸੇ ਵੀ ਮੇਰੇ ਹੱਥ ਵਿੱਚ ਖੁੱਲ੍ਹੇ ਆਉਣ ਲੱਗੇ ਨੇ। ਗੀਤਾ ਦੀ ਸੱਸ ਆਪਣੀ ਨੂੰਹ ਦੇ ਮੂੰਹੋਂ ਇਹ ਗੱਲ ਸੁਣ ਕੇ ਬਹੁਤ ਦੁਖੀ ਹੋਈ। ਉਸਨੂੰ ਸ਼ੰਕਾ ਤਾਂ ਪਹਿਲਾਂ ਹੀ ਸੀ ਕਿ ਉਸਦੀ ਨੂੰਹ ਸਿਰਫ ਲਾਲਚ ਕਰਕੇ ਹੀ ਉਸਨੂੰ ਲੈ ਕੇ ਆਈ ਹੈ ਅਤੇ ਉਹ ਸੋਚਣ ਲੱਗੀ ਕਿ ਮੈਂ ਤਾਂ ਆਪਣੀ ਨੂੰਹ ਦੀ ਮਦਦ ਲਈ ਉਸ ਨਾਲ ਕੰਮ ਕਰਵਾ ਦਿੰਦੀ ਸੀ, ਪਰ ਉਹ ਮੇਰੇ ਬਾਰੇ ਇਸ ਤਰ੍ਹਾਂ ਦੀ ਸੋਚ ਰੱਖਦੀ ਹੈ। ਉਸਦਾ ਮਨ ਬਹੁਤ ਦੁਖੀ ਹੋਇਆ। ਇੱਕ ਵਾਰ ਤਾਂ ਉਸਦਾ ਦਿਲ ਕੀਤਾ ਕਿ ਉਹ ਪਿੰਡ ਵਾਪਸ ਚਲੀ ਜਾਵੇ, ਪਰ ਫਿਰ ਉਸਦੇ ਯਾਦ ਆਇਆ ਕਿ ਉਸਨੇ ਘਰ ਤਾਂ ਕਿਰਾਏ 'ਤੇ ਦੇ ਦਿੱਤਾ ਹੈ ਅਤੇ ਪੂਰੇ 1 ਸਾਲ ਦਾ ਕੰਟਰੈਕਟ ਹੈ, ਜਿਸ ਕਰਕੇ ਉਹ ਘਰ ਵੀ ਨਹੀਂ ਜਾ ਸਕਦੀ। ਉਹ ਬਹੁਤ ਉਦਾਸ ਰਹਿਣ ਲੱਗੀ। ਪਰ ਹੁਣ ਉਹ ਰੋਜ਼ ਪਾਰਕ ਦੇ ਵਿੱਚ ਚਲੀ ਜਾਂਦੀ ਅਤੇ ਆਪਣਾ ਕਾਫੀ ਸਮਾਂ ਪਾਰਕ ਦੇ ਵਿੱਚ ਬਿਤਾਉਣ ਲੱਗੀ। ਆਸੇ-ਪਾਸੇ ਦੇ ਲੋਕਾਂ ਨਾਲ ਜਾਣ ਪਹਿਚਾਣ ਹੋ ਗਈ। ਗੁਆਂਢ ਵਿੱਚ ਰਹਿੰਦੀ ਪ੍ਰੀਤੀ ਨਾਮ ਦੀ ਇੱਕ ਕੁੜੀ ਨਾਲ ਗੀਤਾ ਦੀ ਸੱਸ ਦੀ ਜਾਣ ਪਛਾਣ ਹੋ ਗਈ ਅਤੇ ਗੱਲਾਂ ਬਾਤਾਂ ਕਰਦੇ ਕਰਦੇ ਗੀਤਾ ਦੀ ਸੱਸ ਨੂੰ ਪਤਾ ਲੱਗਿਆ ਕਿ ਪ੍ਰੀਤੀ ਦੀ ਸੱਸ ਦੀ ਮੌਤ ਹੋਈ ਨੂੰ 1 ਮਹੀਨਾ ਹੋ ਗਿਆ ਹੈ, ਜਿਸ ਕਰਕੇ ਪ੍ਰੀਤੀ ਨੂੰ ਹੁਣ ਆਪਣੇ ਬੱਚੇ ਖੁਦ ਸੰਭਾਲਣੇ ਪੈਂਦੇ ਨੇ। ਪਹਿਲਾਂ ਉਹਨਾਂ ਦੀ ਸੱਸ ਪ੍ਰੀਤੀ ਦੇ ਨੌਕਰੀ ਜਾਣ ਤੋਂ ਬਾਅਦ ਉਸਦੇ ਬੱਚਿਆਂ ਦੀ ਕੇਅਰ ਕਰ ਲੈਂਦੀ ਸੀ। ਪ੍ਰੀਤੀ ਨੇ ਗੀਤਾ ਦੀ ਸੱਸ ਨੂੰ ਦੱਸਿਆ ਕਿ ਆਂਟੀ, ਮੇਰੀ ਸੱਸ ਦੀ ਮੌਤ ਤੋਂ ਬਾਅਦ ਮੇਰੇ ਤੋਂ ਆਪਣੀ ਨੌਕਰੀ 'ਤੇ ਵੀ ਨਹੀਂ ਜਾਇਆ ਗਿਆ, ਕਿਉਂਕਿ ਮੇਰੇ ਬੱਚੇ ਘਰ ਵਿੱਚ ਹੀ ਇਕੱਲੇ ਹੁੰਦੇ ਨੇ ਤੇ ਆਸੇ-ਪਾਸੇ ਕੋਈ ਡੇ ਕੇਅਰ ਸੈਂਟਰ ਵੀ ਨਹੀਂ ਆ। ਉਸਦੀ ਗੱਲ ਸੁਣ ਕੇ ਮਨੋਜ ਦੀ ਮਾਂ ਨੂੰ ਉਸ 'ਤੇ ਬਹੁਤ ਤਰਸ ਆਇਆ ਅਤੇ ਉਸਨੇ ਕਿਹਾ ਕਿ ਮੈਂ ਘਰ ਵਿੱਚ ਵਿਹਲੀ ਹੀ ਹੁੰਦੀ ਹਾਂ, ਤੁਸੀਂ ਇੱਦਾਂ ਕਰਨਾ, ਆਪਣੇ ਬੱਚਿਆਂ ਨੂੰ ਮੇਰੇ ਕੋਲ ਛੱਡ ਜਾਣਾ। ਇਹ ਗੱਲ ਸੁਣ ਕੇ ਪ੍ਰੀਤੀ ਨੂੰ ਬਹੁਤ ਖੁਸ਼ੀ ਹੋਈ ਅਤੇ ਉਸਨੇ ਮਨੋਜ ਦੀ ਮਾਂ ਦਾ ਧੰਨਵਾਦ ਕਰਦੇ ਹੋਏ ਕਿਹਾ, ਆਂਟੀ, ਤੁਸੀਂ ਤਾਂ ਮੇਰਾ ਬਹੁਤ ਵੱਡਾ ਬੋਝ ਲਾ ਦਿੱਤਾ। ਅਗਲੇ ਦਿਨ ਸਵੇਰੇ ਨੌਕਰੀ 'ਤੇ ਜਾਣ ਤੋਂ ਪਹਿਲਾਂ ਪ੍ਰੀਤੀ ਆਪਣੇ ਦੋਨਾਂ ਬੱਚਿਆਂ ਨੂੰ ਮਨੋਜ ਦੀ ਮਾਂ ਦੇ ਹਵਾਲੇ ਕਰ ਗਈ। ਮਨੋਜ ਦੀ ਮਾਂ ਦੋਨਾਂ ਬੱਚਿਆਂ ਨੂੰ ਲੈ ਕੇ ਅਜੇ ਘਰ ਦੇ ਵਿੱਚ ਦਾਖਲ ਹੀ ਹੋਈ ਸੀ ਕਿ ਗੀਤਾ ਆਈ ਅਤੇ ਪੁੱਛਣ ਲੱਗੀ, ਮਾਂ ਜੀ, ਇਹ ਕਿਸ ਦੇ ਬੱਚੇ ਨੇ? ਤਾਂ ਉਹ ਕਹਿਣ ਲੱਗੀ, ਬਹੂ, ਇਹ ਆਪਣੇ ਗੁਆਂਢ ਵਿੱਚ ਰਹਿੰਦੀ ਪ੍ਰੀਤੀ ਦੇ ਬੱਚੇ ਨੇ। ਬੱਚਿਆਂ ਕਰਕੇ ਉਹ ਨੌਕਰੀ 'ਤੇ ਨਹੀਂ ਸੀ ਜਾ ਸਕਦੀ। ਮੈਂ ਉਸਨੂੰ ਕਿਹਾ ਕਿ ਚਲੋ ਮੈਂ ਘਰ ਵਿੱਚ ਵਿਹਲੀ ਹੀ ਹੁੰਦੀ ਹਾਂ, ਬੱਚਿਆਂ ਨੂੰ ਮੈਂ ਰੱਖ ਲੈਂਦੀ ਹਾਂ। ਇਹ ਕਹਿ ਕੇ ਜਦੋਂ ਉਹ ਅੰਦਰ ਵੜਨ ਲੱਗੀ ਤਾਂ ਗੀਤਾ ਨੇ ਕਿਹਾ, ਖਬਰਦਾਰ ਮਾਂ ਜੀ, ਜੇ ਤੁਸੀਂ ਅੰਦਰ ਗਏ ਤਾਂ ਤੁਸੀਂ ਕਿਸ ਨੂੰ ਪੁੱਛ ਕੇ ਬੱਚੇ ਘਰ ਲੈ ਕੇ ਆਏ ਹੋ? ਤਾਂ ਗੀਤਾ ਦੀ ਸੱਸ ਕਹਿਣ ਲੱਗੀ ਕਿ ਮੇਰੇ ਪੁੱਤ ਦਾ ਘਰ ਹੈ, ਜੇ ਮੈਂ ਬੱਚੇ ਲੈ ਕੇ ਆਈ ਤਾਂ ਫਿਰ ਕੀ ਹੋ ਗਿਆ? ਗੀਤਾ ਕਹਿਣ ਲੱਗੀ ਕਿ ਇਸ ਘਰ ਉੱਤੇ ਮੇਰਾ ਵੀ ਓਨਾ ਹੀ ਹੱਕ ਹੈ ਜਿੰਨਾ ਤੁਹਾਡੇ ਪੁੱਤ ਦਾ। ਤੁਸੀਂ ਇਹਨਾਂ ਬੱਚਿਆਂ ਨੂੰ ਹੁਣੀ ਪ੍ਰੀਤੀ ਦੇ ਘਰੇ ਛੱਡ ਕੇ ਆਓ। ਪਰ ਗੀਤਾ ਦੀ ਸੱਸ ਕਹਿਣ ਲੱਗੀ ਕਿ ਰਾਣੀ, ਹੁਣ ਤਾਂ ਉਹ ਨੌਕਰੀ 'ਤੇ ਚਲੀ ਗਈ ਹੈ। ਵੈਸੇ ਤਾਂ ਮੈਂ ਇਹ ਬੱਚੇ ਆਪਣੀ ਇੱਛਾ ਨਾਲ ਲੈ ਕੇ ਆਈ ਸੀ, ਪਰ ਜੇ ਤੈਨੂੰ ਲੱਗਦਾ ਹੈ ਕਿ ਘਰ ਵਿੱਚ ਬੱਚੇ ਨਹੀਂ ਰੱਖਣ ਦੇਵੇਂਗੀ ਤਾਂ ਮੈਂ ਕੱਲ੍ਹ ਨੂੰ ਉਹਨਾਂ ਨੂੰ ਮਨਾ ਕਰ ਦੇਵਾਂਗੀ। ਪਰ ਗੀਤਾ ਕਹਿਣ ਲੱਗੀ ਕਿ ਕੱਲ੍ਹ ਨੂੰ ਨਹੀਂ, ਹੁਣੇ ਇਹ ਬੱਚੇ ਉਹਨਾਂ ਦੇ ਘਰ ਛੱਡ ਕੇ ਆਓ। ਇਹ ਸੁਣ ਕੇ ਗੀਤਾ ਦੀ ਸੱਸ ਬਹੁਤ ਦੁਖੀ ਹੋਈ ਅਤੇ ਉਸਨੇ ਸੋਚਿਆ
ਕਿ ਹੁਣ ਤਾਂ ਪ੍ਰੀਤੀ ਨੌਕਰੀ 'ਤੇ ਵੀ ਚਲੀ ਗਈ ਹੋਵੇਗੀ। ਉਹ ਬੱਚਿਆਂ ਨੂੰ ਨਾਲ ਲੈ ਕੇ ਨਾਲ ਦੇ ਪਾਰਕ ਵਿੱਚ ਚਲੀ ਗਈ ਅਤੇ ਬੱਚੇ ਸਾਰਾ ਦਿਨ ਪਾਰਕ ਵਿੱਚ ਖੇਡਦੇ ਰਹੇ। ਜਦੋਂ ਪ੍ਰੀਤੀ ਆਈ ਤਾਂ ਉਹ ਆਪਣੇ ਬੱਚਿਆਂ ਨੂੰ ਲੈਣ ਆਈ। ਉਸਨੇ ਵੇਖਿਆ ਕਿ ਬੱਚੇ ਪਾਰਕ ਦੇ ਵਿੱਚ ਖੇਡ ਰਹੇ ਨੇ। ਉਹ ਗੀਤਾ ਦੀ ਸੱਸ ਕੋਲ ਆ ਕੇ ਉਹਨਾਂ ਦਾ ਧੰਨਵਾਦ ਕਰਨ ਲੱਗੀ ਤੇ ਬੱਚੇ ਲੈ ਕੇ ਚਲੀ ਗਈ। ਗੀਤਾ ਦੀ ਸੱਸ ਗਾਇਤਰੀ ਮਨ ਹੀ ਮਨ ਵਿੱਚ ਸੋਚ ਰਹੀ ਸੀ ਕਿ ਉਹ ਹੁਣ ਪ੍ਰੀਤੀ ਨੂੰ ਮਨਾ ਕਿਵੇਂ ਕਰੇ। ਫਿਰ ਉਸਨੇ ਸੋਚਿਆ ਕਿ ਮੈਂ ਆਪਣੇ ਪੁੱਤਰ ਨਾਲ ਗੱਲ ਕਰਾਂਗੀ। ਜਦੋਂ ਮਨੋਜ ਡਿਊਟੀ ਤੋਂ ਘਰ ਆਇਆ ਤਾਂ ਉਸਨੇ ਕਿਹਾ ਕਿ ਪੁੱਤ, ਆਪਣੇ ਮਹੱਲੇ ਦੇ ਵਿੱਚ ਕੋਈ ਵੀ ਡੇ ਕੇਅਰ ਸੈਂਟਰ ਨਹੀਂ ਆ। ਮੇਰਾ ਬੱਚਿਆਂ ਦੇ ਵਿੱਚ ਬਹੁਤ ਮਨ ਲੱਗਦਾ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਡੇ ਕੇਅਰ ਸੈਂਟਰ ਖੋਲ੍ਹ ਲਵਾਂ। ਆਸ-ਪਾਸ ਦੀਆਂ ਸਾਰੀਆਂ ਨੂੰਹਾਂ ਧੀਆਂ ਨੌਕਰੀ 'ਤੇ ਜਾਂਦੀਆਂ ਨੇ। ਉਹਨਾਂ ਨੂੰ ਆਪਣੇ ਬੱਚੇ ਛੱਡਣ ਵਿੱਚ ਮੁਸ਼ਕਲ ਆਉਂਦੀ ਹੈ ਤੇ ਮੈਂ ਸਾਰਾ ਦਿਨ ਘਰ ਦੇ ਵਿੱਚ ਬੋਰ ਹੁੰਦੀ ਰਹਿੰਦੀ ਹਾਂ ਤੇ ਮੈਂ ਇਹ ਕੰਮ ਕਰਨਾ ਚਾਹੁੰਦੀ ਹਾਂ। ਆਪਣੀ ਮਾਂ ਦੀ ਗੱਲ ਸੁਣ ਕੇ ਮਨੋਜ ਨੇ ਖੁਸ਼ੀ-ਖੁਸ਼ੀ ਆਪਣੀ ਮਾਂ ਦੀ ਗੱਲ ਨੂੰ ਸਵੀਕਾਰ ਕਰ ਲਿਆ। ਪਰ ਅਜੇ ਉਸਨੇ ਹਾਂ ਕਹੀ ਹੀ ਸੀ ਕਿ ਗੀਤਾ ਆ ਕੇ ਬੋਲਣ ਲੱਗ ਪਈ, ਮਾਂ ਜੀ, ਜੇ ਤੁਹਾਨੂੰ ਕੰਮ ਕਰਨ ਦਾ ਇੰਨਾ ਹੀ ਸ਼ੌਂਕ ਹੈ ਤਾਂ ਆਪਣੇ ਘਰ ਕਿਹੜਾ ਕੰਮ ਨਹੀਂ ਆ। ਹੁਣ ਤੁਸੀਂ ਬਜ਼ੁਰਗ ਹੋ ਗਏ ਹੋ, ਤੁਸੀਂ ਘਰ ਦੇ ਵਿੱਚ ਥੋੜ੍ਹਾ ਬਹੁਤਾ ਕੰਮ ਕਰ ਲਿਆ ਕਰੋ। ਕੋਈ ਲੋੜ ਨਹੀਂ ਲੋਕਾਂ ਦੇ ਬੱਚੇ ਸਾਂਭਣ ਦੀ। ਤਾਂ ਉਸਦੀ ਸੱਸ ਕਹਿਣ ਲੱਗੀ ਕਿ ਬਹੂ ਰਾਣੀ, ਤੂੰ ਮੈਨੂੰ ਕੱਲ੍ਹ ਵੀ ਇਹੀ ਕਿਹਾ ਸੀ ਕਿ ਤੂੰ ਬਜ਼ੁਰਗ ਹੈ, ਚੁੱਪ ਕਰਕੇ ਜੋ ਮਿਲਦਾ ਖਾ ਤੇ ਘਰੇ ਬੈਠੀ ਰਹਿ। ਅਜੇ ਮੈਂ ਬਜ਼ੁਰਗ ਹਾਂ ਤਾਂ ਕੀ ਮੇਰੀ ਜੀਣ ਦੀ ਇੱਛਾ ਖਤਮ ਹੋ ਗਈ ਹੈ? ਤੂੰ ਘਰ ਦੇ ਵਿੱਚ ਸਾਰਾ ਦਿਨ ਮੇਰੇ ਤੋਂ ਕੰਮ ਕਰਵਾਉਂਦੀ ਹੈ ਅਤੇ ਮੇਰਾ ਸਤਿਕਾਰ ਵੀ ਨਹੀਂ ਕਰਦੀ। ਮੈਂ ਆਪਣਾ ਕਮਾ ਕੇ ਖਾ ਲਵਾਂਗੀ, ਪਰ ਮੇਰੇ ਤੋਂ ਰੋਜ਼-ਰੋਜ਼ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਹੁੰਦੀ। ਮੈਂ ਕੰਮ ਕਰਨਾ ਚਾਹੁੰਦੀ ਹਾਂ। ਤੈਨੂੰ ਮੇਰੇ ਕੰਮ ਕਰਨ ਨਾਲ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਮਨੋਜ ਨੇ ਆਪਣੀ ਮਾਂ ਦੀ ਗੱਲ ਨਾਲ ਸਹਿਮਤ ਹੁੰਦੇ ਕਿਹਾ ਕਿ ਮਾਂ ਸਾਰਾ ਦਿਨ ਘਰ ਦੇ ਵਿੱਚ ਜੂਠੇ ਬਰਤਨ ਸਾਫ਼ ਕਰਨ ਅਤੇ ਖਾਣਾ ਬਣਾਉਣ 'ਤੇ ਲੱਗੀ ਰਹਿੰਦੀ ਹੈ, ਪਰ ਇਸ ਉਮਰ ਦੇ ਵਿੱਚ ਉਸ ਤੋਂ ਸਾਰਾ ਦਿਨ ਘਰ ਦਾ ਕੰਮ ਕਰਵਾਉਣਾ ਮੈਨੂੰ ਚੰਗਾ ਨਹੀਂ ਲੱਗਦਾ। ਜੇ ਮਾਂ ਆਪਣੀ ਖੁਸ਼ੀ ਲਈ ਡੇ ਕੇਅਰ ਸੈਂਟਰ ਖੋਲ੍ਹਣਾ ਚਾਹੁੰਦੀ ਹੈ ਤਾਂ ਮੈਂ ਉਹਨਾਂ ਨੂੰ ਮਨਾ ਨਹੀਂ ਕਰ ਸਕਦਾ। ਉਸਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ, ਕੋਈ ਗੱਲ ਨਹੀਂ, ਮੈਂ ਤੁਹਾਡੇ ਲਈ ਜਗ੍ਹਾ ਦਾ ਇੰਤਜ਼ਾਮ ਅੱਜ ਹੀ ਕਰਦਾ ਹਾਂ। ਮਨੋਜ ਨੇ ਆਪਣੀ ਕਲੋਨੀ ਦੇ ਵਿੱਚ ਹੀ ਇੱਕ ਕਮਰਾ ਕਿਰਾਏ 'ਤੇ ਲੈ ਦਿੱਤਾ। ਮਨੋਜ ਦੀ ਮਾਂ ਸਵੇਰੇ ਹੀ ਉਸ ਕਮਰੇ ਵਿੱਚ ਚਲੀ ਜਾਂਦੀ ਜਿੱਥੇ ਪ੍ਰੀਤੀ ਆਪਣੇ ਦੋਨੋਂ ਬੱਚਿਆਂ ਨੂੰ ਛੱਡ ਕੇ ਆਪਣੀ ਡਿਊਟੀ 'ਤੇ ਚਲੀ ਜਾਂਦੀ। ਪ੍ਰੀਤੀ ਵੀ ਬਹੁਤ ਖੁਸ਼ ਸੀ ਤੇ ਮਨੋਜ ਦੀ ਮਾਂ ਵੀ। ਹੌਲੀ-ਹੌਲੀ ਕਲੋਨੀ ਦੇ ਹੋਰ ਲੋਕਾਂ ਨੂੰ ਵੀ ਪਤਾ ਲੱਗਣ ਲੱਗ ਪਿਆ। ਉਹਨਾਂ ਨੇ ਆਪਣੇ ਬੱਚੇ ਮਨੋਜ ਦੀ ਮਾਂ ਕੋਲ ਛੱਡਣੇ ਸ਼ੁਰੂ ਕਰ ਦਿੱਤੇ। ਹੌਲੀ-ਹੌਲੀ ਬੱਚਿਆਂ ਦੀ ਗਿਣਤੀ 10 ਹੋ ਗਈ। ਹੁਣ ਮਨੋਜ ਦੀ ਮਾਂ ਨੇ ਆਪਣੇ ਮਦਦ ਲਈ 2 ਨੈਨੀ ਰੱਖ ਲਈਆਂ ਸੀ, ਜਿਹੜਾ ਸਾਫ਼-ਸਫਾਈ ਅਤੇ ਭੱਜ ਦੌੜ ਦਾ ਕੰਮ ਕਰ ਲੈਂਦੀਆਂ ਸੀ। ਇਸ ਤਰ੍ਹਾਂ ਹੌਲੀ-ਹੌਲੀ ਉਹਨਾਂ ਦਾ ਡੇ ਕੇਅਰ ਸੈਂਟਰ ਇੰਨਾ ਮਸ਼ਹੂਰ ਹੋ ਗਿਆ ਕਿ ਥੋੜ੍ਹੀ ਦੂਰ ਤੋਂ ਵੀ ਮਾਪੇ ਆਪਣੇ ਬੱਚਿਆਂ ਨੂੰ ਮਨੋਜ ਦੀ ਮਾਂ ਦੇ ਡੇ ਕੇਅਰ ਸੈਂਟਰ ਵਿੱਚ ਛੱਡ ਕੇ ਜਾਣ ਲੱਗੇ। ਉਹਨਾਂ ਨੂੰ ਇੱਕ ਕਮਰਾ ਹੋਰ ਕਿਰਾਏ 'ਤੇ ਲੈਣਾ ਪਿਆ। ਇੱਕ ਦਿਨ ਉੱਥੇ ਕੰਮ ਕਰਨ ਆਉਂਦੀ ਨੈਨੀ ਨੇ ਮਨੋਜ ਦੀ ਮਾਂ ਨੂੰ ਦੱਸਿਆ ਕਿ ਆਪਣੀ ਕਲੋਨੀ ਵਿੱਚ ਇੱਕ ਬੁੱਢੀ ਔਰਤ ਰਹਿੰਦੀ ਹੈ ਜਿਹੜੀ ਆਪਣੀ ਨੂੰਹ ਤੋਂ ਬਹੁਤ ਤੰਗ ਹੈ। ਉਹ ਤੁਹਾਨੂੰ ਮਿਲਣਾ ਚਾਹੁੰਦੀ ਹੈ। ਤਾਂ ਮਨੋਜ ਦੀ ਮਾਂ ਨੇ ਉਸ ਨੈਨੀ ਨੂੰ ਕਿਹਾ ਕਿ ਉਸ ਔਰਤ ਨੂੰ ਮੇਰੇ ਕੋਲ ਬੁਲਾਉਣਾ। ਉਸ ਔਰਤ ਦਾ ਨਾਂ ਸੀਮਾ ਸੀ। ਸੀਮਾ ਆ ਕੇ ਮਨੋਜ ਦੀ ਮਾਂ ਨੂੰ ਮਿਲੀ ਤਾਂ ਮਨੋਜ ਦੀ ਮਾਂ ਨੇ ਉਸਦੀ ਸਾਰੀ ਗੱਲਬਾਤ ਸੁਣੀ। ਮਨੋਜ ਦੀ ਮਾਂ ਨੂੰ ਅਹਿਸਾਸ ਹੋਇਆ ਕਿ ਬੁਢਾਪੇ ਦੇ ਵਿੱਚ ਇਕੱਲਾਪਣ ਅਤੇ ਨੂੰਹਾਂ ਦਾ ਅਤਿਆਚਾਰ ਬਜ਼ੁਰਗਾਂ ਨੂੰ ਡਿਪਰੈਸ਼ਨ ਦੇ ਵਿੱਚ ਲੈ ਜਾਂਦਾ ਹੈ। ਇਸ ਲਈ ਉਸਨੇ ਸੀਮਾ ਨੂੰ ਆਪਣੇ ਕੋਲ ਆਉਣ ਲਈ ਕਿਹਾ। ਸੀਮਾ ਵੀ ਸਵੇਰੇ ਮਨੋਜ ਦੀ ਮਾਂ ਕੋਲ ਡੇ ਕੇਅਰ ਸੈਂਟਰ ਵਿੱਚ ਆ ਜਾਂਦੀ। ਜਦੋਂ ਮਨੋਜ ਦੀ ਮਾਂ ਨੂੰ ਪਤਾ ਲੱਗਿਆ ਕਿ ਸੀਮਾ ਨੂੰ ਸਿਲਾਈ ਦਾ ਕੰਮ ਬਹੁਤ ਸੋਹਣਾ ਆਉਂਦਾ ਹੈ ਤਾਂ ਉਸਨੇ ਸੀਮਾ ਨੂੰ ਕਿਹਾ ਕਿ ਮੇਰੇ ਕੋਲ ਘਰ ਦੇ ਵਿੱਚ ਇੱਕ ਫਾਲਤੂ ਸਿਲਾਈ ਮਸ਼ੀਨ ਪਈ ਹੈ, ਕਿਉਂ ਨਾ ਅਸੀਂ ਘੱਟ ਪੈਸੇ ਲੈ ਕੇ ਕੁੜੀਆਂ ਨੂੰ ਸਿਲਾਈ ਦਾ ਕੰਮ ਸਿਖਾਈਏ। ਸੀਮਾ ਨੂੰ ਵੀ ਇਹ ਗੱਲ ਜਚ ਗਈ ਅਤੇ ਉਹਨਾਂ ਨੇ ਬਹੁਤ ਹੀ ਘੱਟ ਰੇਟਾਂ 'ਤੇ ਕੁੜੀਆਂ ਨੂੰ ਸਿਲਾਈ ਦਾ ਕੰਮ ਸਿਖਾਉਣਾ ਸ਼ੁਰੂ ਕਰ ਦਿੱਤਾ। ਭਾਵੇਂ ਉਹਨਾਂ ਦਾ ਮਕਸਦ ਪੈਸਾ ਕਮਾਉਣਾ ਨਹੀਂ ਸੀ, ਪਰ ਫਿਰ ਵੀ ਉਹਨਾਂ ਦਾ ਸਮਾਂ ਚੰਗਾ ਗੁਜ਼ਰ ਜਾਂਦਾ ਸੀ ਅਤੇ ਉਹ ਕਮਾਈ ਵੀ ਚੰਗੀ ਕਰ ਰਹੀਆਂ ਸੀ। ਉਹਨਾਂ ਨੂੰ ਇੰਨੀ ਕਮਾਈ ਹੋ ਜਾਂਦੀ ਸੀ ਕਿ ਉਹ ਕਿਰਾਇਆ ਆਸਾਨੀ ਨਾਲ ਕੱਢ ਸਕਦੀਆਂ ਸੀ। ਅਤੇ ਹੌਲੀ-ਹੌਲੀ ਸੀਮਾ ਅਤੇ ਮਨੋਜ ਦੀ ਮਾਂ ਨਾਲ ਹੋਰ ਔਰਤਾਂ ਜੁੜਦੀਆਂ ਗਈਆਂ। ਉਹਨਾਂ ਨੂੰ ਇੱਕ ਹੋਰ ਵੱਡਾ ਮਕਾਨ ਕਿਰਾਏ 'ਤੇ ਲੈਣਾ ਪਿਆ। ਉਸ ਕਲੋਨੀ ਦੇ ਬਾਹਰ ਹੀ ਮਨੋਜ ਨੇ ਆਪਣੀ ਮਾਂ ਨੂੰ ਇੱਕ ਪੂਰਾ ਵੱਡਾ ਘਰ ਕਿਰਾਏ 'ਤੇ ਲੈ ਕੇ ਦਿੱਤਾ, ਜਿੱਥੇ ਉਹਨਾਂ ਕੋਲ ਬੱਚਿਆਂ ਦੀ ਗਿਣਤੀ ਵੀ ਵੱਧ ਗਈ ਅਤੇ ਔਰਤਾਂ ਵੀ ਜੁੜਦੀਆਂ ਗਈਆਂ। ਉਹ ਔਰਤਾਂ ਕੋਈ ਸਿਲਾਈ ਦਾ ਕੰਮ ਸਿਖਾਉਂਦੀ, ਕੋਈ ਪਕਵਾਨ ਬਣਾਉਣੇ ਅਤੇ ਕੋਈ ਅਚਾਰ ਜਾਂ ਮੁਰੱਬਾ ਬਣਾਉਣਾ।
ਹੌਲੀ-ਹੌਲੀ ਸੀਮਾ ਤੇ ਮਨੋਜ ਦੀ ਮਾਂ ਦਾ ਨਾਮ ਪੂਰੇ ਸ਼ਹਿਰ ਵਿੱਚ ਫੈਲ ਗਿਆ। ਸਾਰੇ ਸ਼ਹਿਰ ਦੇ ਲੋਕ ਉਹਨਾਂ ਦਾ ਬਹੁਤ ਸਨਮਾਨ ਕਰਦੇ, ਕਿਉਂਕਿ ਉਹਨਾਂ ਨੇ ਬਹੁਤ ਹੀ ਚੰਗਾ ਕੰਮ ਕੀਤਾ ਸੀ। ਹੁਣ ਮਨੋਜ ਦੀ ਮਾਂ ਅਤੇ ਸੀਮਾ ਬਹੁਤ ਖੁਸ਼ ਰਹਿੰਦੀਆਂ ਸੀ। ਸਾਰੀਆਂ ਔਰਤਾਂ ਇੱਕ ਦੂਜੇ ਨਾਲ ਹੱਸਦੀਆਂ ਖੇਡਦੀਆਂ ਤੇ ਆਪਣਾ ਵਧੀਆ ਸਮਾਂ ਬਤੀਤ ਕਰਦੀਆਂ ਸੀ। ਸੀਮਾ, ਜਿਹੜੀ ਕਿ ਆਪਣੀ ਨੂੰਹ ਤੋਂ ਤੰਗ ਹੋਈ ਰੋਜ਼ ਬਿਮਾਰ ਰਹਿੰਦੀ ਸੀ, ਹੁਣ ਉਹ ਵਧੀਆ ਖੁਸ਼ ਰਹਿਣ ਲੱਗੀ ਅਤੇ ਤੰਦਰੁਸਤ ਵੀ। ਉਹਨਾਂ ਵਿੱਚ ਹੌਸਲਾ ਹੋਰ ਵੀ ਵਧ ਗਿਆ ਸੀ। ਇੱਕ ਦਿਨ ਪ੍ਰੀਤੀ ਆਪਣੇ ਬੱਚਿਆਂ ਨੂੰ ਲੈਣ ਡੇ ਕੇਅਰ ਸੈਂਟਰ 'ਤੇ ਗਈ ਤਾਂ ਉਸਨੇ ਗੀਤਾ ਨੂੰ ਵੇਖਿਆ। ਗੀਤਾ ਨੂੰ ਵੇਖ ਕੇ ਉਹ ਪੁੱਛਣ ਲੱਗੀ ਕਿ ਮੈਂ ਤੁਹਾਨੂੰ ਕਿਤੇ ਵੇਖਿਆ ਹੈ, ਤੁਸੀਂ ਕੌਣ ਹੋ? ਤਾਂ ਗੀਤਾ ਕਹਿਣ ਲੱਗੀ ਕਿ ਮੈਂ ਗਾਇਤਰੀ ਦੀ ਨੂੰਹ ਹਾਂ। ਗੀਤਾ ਦੀ ਸੱਸ ਦਾ ਨਾਂ ਗਾਇਤਰੀ ਸੀ। ਫਿਰ ਪ੍ਰੀਤੀ ਨੂੰ ਯਾਦ ਆਇਆ ਕਿ ਹਾਂ, ਇੱਕ ਦਿਨ ਪਾਰਕ ਦੇ ਵਿੱਚ ਜਦੋਂ ਗੀਤਾ ਆਪਣੀ ਸੱਸ ਨੂੰ ਬੁਲਾਉਣ ਆਈ ਸੀ ਤਾਂ ਗਾਇਤਰੀ ਨੇ ਉਸ ਨਾਲ ਜਾਣ ਪਹਿਚਾਣ ਕਰਵਾਈ ਸੀ ਕਿ ਇਹ ਮੇਰੀ ਨੂੰਹ ਗੀਤਾ ਹੈ। ਸਮਾਂ ਕਿੰਨਾ ਬਦਲ ਗਿਆ ਹੈ। ਪਹਿਲਾਂ ਜਿਹੜੀ ਗਾਇਤਰੀ ਗੀਤਾ ਦੀ ਸੱਸ ਦੇ ਨਾਮ ਨਾਲ ਜਾਣੀ ਜਾਂਦੀ ਸੀ, ਅੱਜ ਗਾਇਤਰੀ ਦਾ ਇੰਨਾ ਨਾਮ ਹੋ ਗਿਆ ਸੀ ਕਿ ਉਸ ਦੀ ਨੂੰਹ ਨੂੰ ਆਪਣੀ ਜਾਣ ਪਛਾਣ ਕਰਾਉਣ ਲਈ ਗਾਇਤਰੀ ਦਾ ਨਾਮ ਲੈਣਾ ਪਿਆ। ਸਿਆਣੇ ਕਹਿੰਦੇ ਨੇ ਕਿ ਉਮਰ ਦੀ ਗਿਣਤੀ ਸਿਰਫ ਇੱਕ ਸੰਖਿਆ ਹੈ। ਜੇ ਕਿਸੇ ਇਨਸਾਨ ਵਿੱਚ ਜਜ਼ਬਾ ਹੋਵੇ ਤਾਂ ਉਹ ਕੀ ਨਹੀਂ ਕਰ ਸਕਦਾ। ਜਿਹੜੀ ਗੀਤਾ ਆਪਣੀ ਸੱਸ ਨੂੰ ਹਮੇਸ਼ਾ ਬੁੱਢੀ ਬੁੱਢੀ ਕਹਿ ਕੇ ਉਸ ਦਾ ਮਨੋਬਲ ਡੇਗਦੀ ਸੀ, ਅੱਜ ਗਾਇਤਰੀ ਨੂੰ ਇਹ ਬਿਲਕੁਲ ਵੀ ਅਹਿਸਾਸ ਨਹੀਂ ਸੀ ਕਿ ਉਹ ਇੱਕ ਬਜ਼ੁਰਗ ਔਰਤ ਹੈ। ਸਗੋਂ ਉਹ ਆਪਣੇ ਆਪ ਨੂੰ ਬਹੁਤ ਤੰਦਰੁਸਤ ਅਤੇ ਨੌਜਵਾਨਾਂ ਦੀ ਤਰ੍ਹਾਂ ਮਹਿਸੂਸ ਕਰਦੀ ਸੀ। ਜੇ ਮਨੋਜ ਵਰਗੇ ਪੁੱਤਰ ਹੋਣ ਤਾਂ ਸ਼ਾਇਦ ਮਾਂ ਪਿਓ 'ਤੇ ਕਦੇ ਵੀ ਬੁਢਾਪਾ ਨਹੀਂ ਆ ਸਕਦਾ। ਮਨੋਜ ਨੇ ਸਹੀ ਸਮੇਂ 'ਤੇ ਆਪਣੀ ਮਾਂ ਦਾ ਸਾਥ ਦਿੱਤਾ ਅਤੇ ਉਸ ਦੀ ਮਾਂ ਦਾ ਨਾਮ ਪੂਰੇ ਸ਼ਹਿਰ ਦੇ ਵਿੱਚ ਗੂੰਜਣ ਲੱਗਿਆ। ਮਨੋਜ ਨੂੰ ਵੀ ਆਪਣੀ ਮਾਂ ਦੇ ਲਈ ਬਹੁਤ ਖੁਸ਼ੀ ਮਹਿਸੂਸ ਹੁੰਦੀ ਸੀ। ਹਾਂਜੀ ਦੋਸਤੋ, ਸਾਨੂੰ ਕਦੇ ਵੀ ਬਜ਼ੁਰਗਾਂ ਨੂੰ ਘਰ ਦੇ ਨੌਕਰ ਨਹੀਂ ਸਮਝਣਾ ਚਾਹੀਦਾ। ਜੋ ਉਹਨਾਂ ਦਾ ਦਿਲ ਕਰੇ ਸਾਨੂੰ ਉਹਨਾਂ ਨੂੰ ਕਰਨ ਦੇਣਾ ਚਾਹੀਦਾ ਹੈ। ਹਰ ਇੱਕ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਹੈ, ਚਾਹੇ ਕੋਈ ਨੌਜਵਾਨ ਹੋਵੇ ਜਾਂ ਬੁੱਢਾ। ਜ਼ਿੰਦਗੀ ਜਿਉਣ ਦੀ ਇੱਛਾ ਹੀ ਉਹਨਾਂ ਨੂੰ ਆਤਮ ਨਿਰਭਰ ਬਣਾਉਂਦੀ ਹੈ। ਆਤਮ ਨਿਰਭਰ ਹੋ ਕੇ ਕੰਮ ਕਰਨਾ ਇੱਕ ਬਹੁਤ ਚੰਗੀ ਗੱਲ ਹੈ। ਗਾਇਤਰੀ ਨੇ ਆਤਮ ਨਿਰਭਰ ਹੋ ਕੇ ਜੋ ਕੰਮ ਸ਼ੁਰੂ ਕੀਤਾ, ਉਸ ਦੀ ਪ੍ਰਸ਼ੰਸਾ ਸਾਰੇ ਸ਼ਹਿਰ ਵਿੱਚ ਅੱਜ ਵੀ ਹੁੰਦੀ ਹੈ। ਹਾਂਜੀ ਦੋਸਤੋ, ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ? ਕਮੈਂਟ ਕਰਕੇ ਜ਼ਰੂਰ ਦੱਸਣਾ। ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਬਿਲਕੁਲ ਵੀ ਨਹੀਂ ਜਾਣਾ ਜੀ। ਧੰਨਵਾਦ ਜੀ।